Welcome back, dear students. Today our chapter is chapter number 11. ਅੱਜ ਅਸੀਂ ਚੈਪਟਰ 11 ਕਰਾਂਗੇ ਕਲਾਸ 8 ਸਾਇੰਸ ਡੈਟ ਇਜ਼ ਦਾ ਫੋਰਸ ਐਂਡ ਪ੍ਰੈਸ਼ਰ, ਜਿਹਨੂੰ ਅਸੀਂ ਪੰਜਾਬੀ ਵਿੱਚ ਕਹਿੰਦੇ ਹਾਂ ਬਲ ਅਤੇ ਦਾਬ। ਤਾਂ ਬਹੁਤ ਇੰਟਰਸਟਿੰਗ ਚੈਪਟਰ ਹੈ, ਪੜ੍ਹ ਕੇ ਤੁਹਾਨੂੰ ਕਾफ़ੀ ਨੌਲੇਜ ਗੇਨ ਹੋਏਗੀ ਆਈ ਹੋਪ। ਸੋ ਪਿਆਰੇ ਵਿਦਿਆਰਥੀਓ, 7ਵੀਂ ਕਲਾਸ 'ਚ ਤੁਸੀਂ ਪੜ੍ਹਿਆ ਹੋਇਆ ਹੈ ਕਿ ਕਿਸ ਤਰ੍ਹਾਂ ਡਿਸਟੈਂਸ ਕੀ ਹੈ, ਕਿਸ ਤਰ੍ਹਾਂ ਸਪੀਡ ਹੈ, ਚੀਜ਼ ਸਲੋ ਕਿੱਦਾਂ ਹੁੰਦੀ ਹੈ, ਫਾਸਟ ਕਿੱਦਾਂ ਹੁੰਦੀ ਹੈ। ਗੇਂਦ ਦੀ ਗਤੀ ਬਾਰੇ ਤੁਹਾਨੂੰ ਪਤਾ ਹੈ, ਗੇਂਦ ਤੇਜ਼ ਹੋ ਜਾਂਦੀ ਹੈ, ਸਲੋ ਹੋ ਜਾਂਦੀ ਹੈ। ਕੀ ਤੁਸੀਂ ਦੇਖ ਕੇ ਹੈਰਾਨ ਹੁੰਦੇ ਹੋ ਕਿ ਕਈ ਵਾਰ ਜੇ ਚੀਜ਼ ਨੂੰ ਅਸੀਂ ਫਾਸਟ ਕਰ ਸਕਦੇ ਹਾਂ ਜਾਂ ਦੀ ਡਾਇਰੈਕਸ਼ਨ ਵੀ ਚੇਂਜ ਕਰ ਸਕਦੇ ਹਾਂ। ਲੈਟ ਅਸ ਰਿਕਾਲ ਸਮ ਆਫ ਐਵਰੀਡੇ ਐਕਸਪੀਰੀਅੰਸ ਡੈਟ ਮੇਕ ਏ ਫੁੱਟਬਾਲ ਮੂਵ। ਜਿੱਦਾਂ ਫੁੱਟਬਾਲ ਕਿੱਦਾਂ ਮੂਵ ਹੁੰਦਾ ਹੈ, ਮੂਵਿੰਗ ਆਫ ਬਾਲ ਮੂਵ ਫਾਸਟਰ, ਕਿਸ ਤਰ੍ਹਾਂ ਨੂੰ ਤੇਜ਼ ਘੁਮਾਉਣਾ ਹੈ। ਹੋ ਡਾਜ਼ ਏ ਗੋਲ ਕੀਪਰ ਸਟੋਪ ਬਾਲ, ਗੋਲ ਕੀਪਰ ਜਿਹੜਾ ਕਿਸ ਤਰ੍ਹਾਂ ਜਿਹੜਾ ਬਾਲ ਨੂੰ ਰੋਕਦਾ ਹੈ। ਐਂਡ ਹੋ ਡੂ ਦਾ ਫੀਲਡਰ ਸਟੋਪ ਏ ਬਾਲ ਹਿੱਟ ਬਾਏ ਬੈਟਸਮੈਨ, ਕ੍ਰਿਕਟ ਦੀ ਖੇਡ ਦੀ ਗੇਂਦ ਨੂੰ ਕਿੱਦਾਂ ਜੋ ਫੀਲਡਰ ਰੋਕਦੇ ਨੇ। ਹਾਕੀ ਪਲੇਅਰ ਚੇਂਜ ਦਾ ਡਾਇਰੈਕਸ਼ਨ ਆਫ ਮੂਵਿੰਗ ਬਾਲ ਵਿਦ ਫਲਿਕ ਆਫ ਸਟਿਕ, ਹਾਕੀ ਦੀ ਸਟਿਕ ਨਾਲ ਹਾਕੀ ਦਾ ਖਿਡਾਰੀ ਕਿੱਦਾਂ ਹਾਕੀ ਦੀ ਗੇਂਦ ਦੀ ਡਾਇਰੈਕਸ਼ਨ ਜਾਂ ਸਪੀਡ ਚੇਂਜ ਕਰਦਾ। In all the situation the ball is either made to move faster or slower or its direction is changed। ਇਹ ਸਾਰੀਆਂ ਜਿਹੜੀਆਂ ਖੇਡਾਂ ਨੇ ਇਹਦੇ ਵਿੱਚ ਜਾਂ ਤਾਂ ਜਿਹੜੀ ਗੇਂਦ ਹੈ ਉਹ ਤੇਜ਼ ਹੁੰਦੀ ਹੈ ਜਾਂ ਸਲੋ ਹੁੰਦੀ ਹੈ ਜਾਂ ਉਹਦੀ ਦਿਸ਼ਾ ਚੇਂਜ ਹੁੰਦੀ ਹੈ। ਵੀ ਆਫਨ ਸੇ ਡੈਟ ਏ ਫੋਰਸ ਹੈਜ਼ ਬੀਨ ਅਪਲਾਈਡ, ਅਸੀਂ ਕਹਿੰਦੇ ਹਾਂ ਫੋਰਸ ਲੱਗਿਆ ਗੇਂਦ 'ਤੇ। ਐਂਡ ਇਟ ਇਜ਼ ਪੁਸ਼ ਥਰੋਨ ਉਹ ਫਲਿਕਡ, ਜਾਂ ਉਹਨੂੰ ਧੱਕਾ ਮਾਰਿਆ ਗਿਆ, ਪੁਸ਼ ਕੀਤਾ ਗਿਆ, ਜਾਂ ਉਹਨੂੰ ਫਲਿਕ ਕੀਤਾ ਗਿਆ, ਘੁਮਾਇਆ ਗਿਆ। ਵਾਟ ਇਜ਼ ਫੋਰਸ, ਵਾਟ ਕੈਨ ਇਟ ਡੂ ਟੂ ਦਾ ਬੋਡੀ ਔਨ ਵਿਚ ਇਟ ਇਜ਼ ਅਪਲਾਈ, ਇਹ ਅਸੀਂ ਸਾਰਾ 'ਚ ਪੜ੍ਹਾਂਗੇ। ਬਲ ਕੀ ਹੈ ਕਿਸੇ ਵਸਤੂ ਦੇ, ਜਦੋਂ ਬਲ ਲੱਗਦਾ ਹੈ ਅਤੇ ਵਸਤੂ ਨੂੰ ਕੀ ਹੁੰਦਾ ਹੈ। ਫੋਰਸ ਕੀ ਹੈ, ਆਮ ਭਾਸ਼ਾ 'ਚ ਫੋਰਸ ਨੂੰ ਅਸੀਂ ਕਹਿੰਦੇ ਹਾਂ ਪੁਸ਼ ਔਰ ਪੁੱਲ, ਧੱਕਾ ਜਾਂ ਖਿੱਚ, ਧੱਕਾ ਜਾਂ ਖਿੱਚ। ਇਹ ਦੋ ਚੀਜ਼ਾਂ ਬਲ 'ਚ ਆਉਂਦੀਆਂ ਨੇ। ਐਕਸ਼ਨ ਲਾਈਕ ਪਿਕਿੰਗ, ਓਪਨਿੰਗ, ਸ਼ਟਿੰਗ, ਕਿਕਿੰਗ, ਹਿਟਿੰਗ, ਲਿਫਟਿੰਗ, ਫਲਿਕਿੰਗ, ਪੁਸ਼ਿੰਗ, ਪੁਲਿੰਗ ਆਰ ਓਫਨ ਯੂਜ਼ ਟੂ ਡਿਸਕ੍ਰਾਈਬ ਸਰਟੇਨ ਟਾਸਕ। ਪਿਕਿੰਗ ਚੱਕਣਾ, ਚੀਜ਼ ਨੂੰ ਖੋਲ੍ਹਣਾ, ਓਪਨਿੰਗ ਸ਼ਟਿੰਗ ਦਰਵਾਜ਼ਾ ਖੋਲ੍ਹਣਾ ਬੰਦ ਕਰਨਾ, ਕਿੱਕ ਲੱਤ ਮਾਰਨਾ, ਹਿੱਟ ਕਰਨਾ ਕਿਸੇ ਚੀਜ਼ ਦੇ ਨਾਲ, ਥੋੜੇ ਨਾਲ, ਪੱਥਰ ਨਾਲ, ਲਿਫਟ ਉੱਪਰ ਉਠਾਉਣਾ, ਫਲਿਕ ਘੁਮਾਉਣਾ, ਪੁਸ਼ ਧੱਕਾ ਮਾਰਨਾ, ਪੁੱਲ ਖਿੱਚਣਾ। ਇਹ ਸਾਰੀਆਂ ਚੀਜ਼ਾਂ ਜਿਹੜੀਆਂ ਅਸੀਂ ਜ਼ਿੰਦਗੀ 'ਚ ਕਰਦੇ ਹਾਂ। ਸਰਟਨ ਆਫ ਦੀਜ਼ ਐਕਸ਼ਨ ਯੂਜ਼ਲੀ ਰਿਜ਼ਲਟ ਇਨ ਸਮ ਕਾਈਂਡ ਆਫ ਚੇਂਜ ਇਨ ਮੋਸ਼ਨ ਆਫ ਸਬਜੈਕਟ। ਜਦੋਂ ਇਹ ਕੰਮ ਅਸੀਂ ਕਰਦੇ ਤਾਂ ਕਈ ਚੀਜ਼ਾਂ ਹੁੰਦੀਆਂ ਨੇ, ਆਬਜੈਕਟ ਜਿਹੜੇ 'ਤੇ ਅਸੀਂ ਇਹ ਅਪਲਾਈ ਕਰਦੇ ਹਾਂ ਟਾਸਕ, ਉਹ ਜਿਹੜੀ ਵਸਤੂ ਆ ਉਹਦੇ ਕਾਫੀ ਚੇਂਜਿਸ ਆਉਂਦੀਆਂ ਨੇ। ਸੋ ਇਹਨੂੰ ਅਸੀਂ ਫਾਈਂਡ ਕਰ ਸਕਦੇ ਹਾਂ। ਜਿਸ ਤਰ੍ਹਾਂ ਇਹਦੇ ਵਿੱਚ ਦੇਖੋ ਗੋਲ ਕੀਪਰ ਹੈ, ਗੋਲ ਸੇਵ ਕਰ ਰਿਹਾ ਹੈ। ਐਂਡ ਹਾਕੀ ਪਲੇਅਰ ਜਿਹੜਾ ਫਲਿੱਕ ਕਰ ਰਿਹਾ, ਬੋਲ ਨੂੰ ਘੁਮਾ ਰਿਹਾ, ਫੀਲਡਰਸ ਗੇਂਦ ਨੂੰ ਸਟੋਪ ਕਰ ਰਿਹਾ। ਸੋ ਇਹਦੇ ਵਿੱਚ ਐਕਟੀਵਿਟੀ ਹੈ, ਵੈਰੀ ਇੰਟਰਸਟਿੰਗ, ਕਰਕੇ ਮਜ਼ਾ ਆਏਗਾ। ਇਹਦੇ ਵਿੱਚ ਅਸੀਂ ਪੁਸ਼ ਔਰ ਪੁੱਲ ਦੇ ਬਾਰੇ ਪੜ੍ਹਦੇ ਹਾਂ। ਜਿਸ ਤਰ੍ਹਾਂ ਇਹਦੇ ਵਿੱਚ ਐਕਟੀਵਿਟੀਜ਼ ਹੈ, ਮੂਵਿੰਗ ਏ ਬੁੱਕ ਪਲੇਸ ਔਨ ਟੇਬਲ, ਟੇਬਲ 'ਤੇ ਕਿਤਾਬ ਪਈ ਹੈ, ਉਹਨੂੰ ਅਸੀਂ ਮੂਵ ਕਰਨਾ ਹੈ। ਓਪਨਿੰਗ ਔਰ ਸ਼ਟਿੰਗ ਏ ਡੋਰ, ਦਰਵਾਜ਼ਾ ਖੋਲ੍ਹਣਾ ਜਾਂ ਬੰਦ ਕਰਨਾ ਹੈ। ਸੋ ਇਹਦੇ ਵਿੱਚ ਅਸੀਂ ਕਿਹੜੀ ਚੀਜ਼ ਦਾ ਯੂਜ਼ ਕਰਦੇ ਹਾਂ। ਪਹਿਲੀ ਚੀਜ਼ ਹੈ ਕਿਤਾਬ ਨੂੰ ਜਦੋਂ ਅਸੀਂ ਮੂਵ ਕਰਨਾ ਤਾਂ ਕੀ ਕਰਾਂਗੇ, ਇਹਦੇ ਵਿੱਚ ਅਸੀਂ ਉਹਨੂੰ ਖਿੱਚਾਂਗੇ, ਜਾਂ ਉਹਨੂੰ ਪੁੱਲ ਕਰਾਂਗੇ ਜਾਂ ਖਿੱਚਾਂਗੇ, ਦੋਨੇ ਚੀਜ਼ਾਂ 'ਚ ਅਪਲਾਈ ਹੋਣੀ ਹੈ, ਦੋਨਾਂ 'ਤੇ ਟਿਕ ਕਰ ਦੇਣਾ ਹੈ। ਉਹਦੇ ਬਾਅਦ ਜਿਸ ਤਰ੍ਹਾਂ ਇਹਨਾਂ ਕੀਤਾ ਹੋਇਆ ਓਪਨਿੰਗ ਐਂਡ ਸ਼ਟਿੰਗ ਏ ਡੋਰ, ਦਰਵਾਜ਼ਾ ਜਦੋਂ ਓਪਨ ਜਾਂ ਬੰਦ ਕਰਨਾ ਤਾਂ ਉਹਨੂੰ ਖਿੱਚਣਾ ਵੀ ਪਵੇਗਾ, ਧੱਕਾ ਮਾਰਨਾ ਪਵੇਗਾ। ਡਰਾਇੰਗ ਏ ਬਕੇਟ ਆਊਟ ਆਫ ਵਾਟਰ ਵੈਲ, ਖੂਹ ਦੇ ਵਿੱਚੋਂ ਬਾਲਟੀ ਜਦੋਂ ਖਿੱਚਣੀ ਤਾਂ ਉਹਨੂੰ ਸਾਨੂੰ ਕੀ ਕਰਨਾ ਪਵੇਗਾ, ਪੁੱਲ ਕਰਨਾ ਪਵੇਗਾ। ਇਹ 'ਚ ਅਸੀਂ ਪੁਸ਼ ਨਹੀਂ ਕਰਨਾ। ਫੁੱਟਬਾਲ ਪਲੇਅਰ ਟੇਕਿੰਗ ਏ ਪੈਨਲਟੀ ਕੋਲਨ, ਜਦੋਂ ਪੈਨਲਟੀ ਕੋਲਨ ਲਏਗਾ ਤਾਂ ਉਹ ਪੁਸ਼ ਕਰੇਗਾ। ਐਂਡ ਕ੍ਰਿਕਟ ਬਾਲ ਹਿੱਟ ਬਾਏ ਬੈਟਸਮੈਨ, ਜਦੋਂ ਹਿੱਟ ਹੋਏਗੀ ਤਾਂ ਉਹਨੂੰ ਪੁਸ਼ ਹੋਏਗਾ। ਮੂਵਿੰਗ ਏ ਲੋਡਡ ਕਾਰਟ, ਕਾਰਟ ਮੂਵ ਹੈ, ਇਹਨੂੰ ਲੋਡ ਕਰਨਾ ਤਾਂ ਉਹਨੂੰ ਖਿੱਚਣਾ ਹੈ, ਪੁਸ਼ ਕਰਨਾ ਹੈ। ਓਪਨਿੰਗ ਏ ਡਰਾਰ ਖੋਲ੍ਹਣਾ ਤਾਂ ਉਹਨੂੰ ਸਾਨੂੰ ਪੁੱਲ ਕਰਨਾ ਪਵੇਗਾ, ਖਿੱਚਣਾ ਪਵੇਗਾ। ਸੋ ਇਹ ਐਕਟੀਵਿਟੀਜ਼ ਤੋਂ ਸਾਨੂੰ ਕਲੀਅਰ ਹੋ ਜਾਂਦਾ ਡੈਟ ਇਜ਼ ਫੋਰਸ ਇਜ਼ ਪੁੱਲ, ਪੁਸ਼ ਔਰ ਪੁੱਲ। ਡੂ ਯੂ ਨੋਟਿਸ ਡੈਟ ਈਚ ਆਫ ਹਿਜ਼ ਐਕਸ਼ਨ ਕੈਨ ਬੀ ਗਰੁੱਪਡ ਇਨ ਪੁਸ਼ ਔਰ ਪੁੱਲ ਔਰ ਬੋਥ। ਇਹ ਤੋਂ ਤੁਹਾਨੂੰ ਪਤਾ ਲੱਗ ਜਾਂਦਾ ਹੈ ਜਾਂ ਤਾਂ ਇਹਦੇ ਵਿੱਚ ਪੁਸ਼ ਲੱਗਦਾ ਹੈ ਜਾਂ ਪੁੱਲ ਲੱਗਦਾ ਹੈ, ਜਾਂ ਦੋਨੋਂ ਚੀਜ਼ਾਂ ਲੱਗਦੀਆਂ। ਸੋ ਇਨ ਸਾਇੰਸ ਪੁਸ਼ ਔਰ ਪੁੱਲ ਔਨ ਆਬਜੈਕਟ ਇਜ਼ ਕਾਲਡ ਫੋਰਸ। ਵਿਗਿਆਨ ਦੀ ਭਾਸ਼ਾ ਵਿੱਚ ਪੁਸ਼ ਔਰ ਪੁੱਲ ਨੂੰ ਅਸੀਂ ਬਲ ਕਹਿੰਦੇ ਹਾਂ। ਸੋ ਵੀ ਕੈਨ ਸੇ ਡੈਟ ਮੋਸ਼ਨ ਇੰਪਾਰਟਡ ਟੂ ਆਬਜੈਕਟ ਵਾਜ਼ ਡਿਊ ਟੂ ਐਕਸ਼ਨ ਆਫ ਫੋਰਸ। ਹੁਣ ਜਿਹੜੀ ਗਤੀ ਕਿਸੇ ਵਸਤੂ ਦੀ ਹੋਈ, ਗੇਂਦ ਤੇਜ਼ ਹੋਈ, ਘੱਟ ਹੋਈ, ਸਾਈਕਲ ਤੇਜ਼ ਹੋਇਆ, ਘੱਟ ਹੋਇਆ, ਉਹ ਕਾਹਦੇ ਨਾਲ ਹੋਇਆ, ਡਿਊ ਟੂ ਦਾ ਫੋਰਸ।
ਇਹਦੇ ਵਿੱਚ ਜਿਸ ਤਰ੍ਹਾਂ ਲਿਖਿਆ ਹੋਇਆ ਕੋਟੇਸ਼ਨ ਹੈ 6th ਕਲਾਸ ਵਿੱਚ ਮੈਗਨੇਟ ਪੀਸ ਨੂੰ ਅਟਰੈਕਟ ਕਰਦਾ। ਇਟ ਇਜ਼ ਅਟਰੈਕਸ਼ਨ ਇਜ਼ ਆਲਸੋ ਪੁੱਲ, ਕਿ ਇਹਨੂੰ ਵੀ ਪੁੱਲ ਕਹਿੰਦੇ ਜਦੋਂ ਚੁੰਬਕ ਇੱਕ ਦੂਸਰੇ ਨੂੰ ਖਿਲਦਾ। ਬਟ ਅਬਾਊਟ ਰਿਪਲਸ਼ਨ ਸਿਮਿਲਰ ਪੋਲ ਮੈਗਨੇਟ, ਜਦੋਂ ਮੈਗਨੇਟ ਦੇ ਇੱਕੋ ਜਿਹੇ ਧੁਰੇ ਸਾਹਮਣੇ ਆਉਂਦੇ ਨੇ ਅਤੇ ਇੱਕ ਦੂਜੇ ਨੂੰ ਧਕੇਲਦੇ ਨੇ, ਇੱਕ ਪੁਸ਼ ਜਾਂ ਪੁੱਲ ਕੀ ਹੈ, ਇਹਦੇ ਬਾਰੇ ਕੀ ਹੈ। ਫੋਰਸ ਇਜ਼ ਡਿਊ ਟੂ ਇੰਟਰੈਕਸ਼ਨ। ਹੁਣ ਜਿਹੜਾ ਫੋਰਸ ਲੱਗਦਾ ਹੈ ਉਹਦੇ ਵਾਸਤੇ ਸਾਨੂੰ ਕੋਈ ਨਾ ਕੋਈ ਜਿਹੜੀ ਇੰਟਰੈਕਸ਼ਨ ਕਰਨੀ ਪੈਂਦੀ ਹੈ, ਕੋਈ ਨਾ ਕੋਈ ਉਹਦੇ ਵਿੱਚ ਚੀਜ਼ਾਂ ਨੂੰ ਆਪਸ ਵਿੱਚ ਆਉਣਾ ਪੈਂਦਾ। ਜਿਸ ਤਰ੍ਹਾਂ ਇਹ 'ਚ ਕਾਰ ਦਿੱਤੀ ਹੈ, ਕਾਰ ਦੇ ਪਿੱਛੇ ਖੜਾ ਹੈ, ਤਾਂ ਕਾਰ ਜਿਹੜੀ ਹੈ ਮੂਵ ਡਿਊ ਟੂ ਹਿਜ਼ ਪ੍ਰੈਜ਼ੈਂਸ, ਉਹਦੇ ਖੜੇ ਹੋਣ ਨਾਲ ਕਾਰ ਨਹੀਂ ਚੱਲੇਗੀ। ਸੋ ਬੰਦਾ ਕਾਰ ਨੂੰ ਧੱਕਾ ਮਾਰਨਾ ਸ਼ੁਰੂ ਕਰ ਦਿੰਦਾ ਹੈ ਤਾਂ ਉੱਤੇ ਜ਼ੋਰ ਲਗਾਉਂਦਾ ਹੈ, ਕਾਰ ਜਿਹੜੀ ਚੱਲਦੀ ਹੈ। ਅਤੇ ਇਹਨੂੰ ਜਦੋਂ ਧੱਕਾ ਮਾਰਦਾ ਹੈ ਕਾਰ ਨੂੰ, ਇਹਨੂੰ ਅਸੀਂ ਕੀ ਕਹਿ ਦਿੰਦੇ ਹਾਂ, ਡੈਟ ਇਜ਼ ਦਾ ਪੁਸ਼ ਕਰ ਰਿਹਾ, ਇਹਨੂੰ ਪੁਸ਼ਿੰਗ ਕਰ ਰਿਹਾ, ਅਪਲਾਈ ਕਰ ਰਿਹਾ ਫੋਰਸ ਕਾਰ ਨੂੰ। ਇਸੇ ਤਰ੍ਹਾਂ ਪੁਲਿੰਗ ਡਾਊਨ, ਇਹ ਗੇਮ ਹੈ ਕਿੱਕਲੀ ਕਲੀਰ ਜਿਹੜੀ ਹੈ, ਪੁਲਿੰਗ ਹੋਮ, ਇਹਦੇ ਵਿੱਚ ਇੱਕ ਦੂਜੇ ਨੂੰ ਖਿੱਚ ਕੇ ਗੋਲ ਗੋਲ ਘੁੰਮਣਾ, ਇਹ ਕੀ ਹੈ, ਪੁੱਲ ਕਰਨਾ, ਇੱਕ ਦੂਜੇ ਦੇ ਹੱਥਾਂ ਨੂੰ ਖਿੱਚਣਾ। ਉਹਦੇ ਬਾਅਦ ਇਹ ਪੁਲਿੰਗ ਹੋਮ, ਇਹਦੇ ਵਿੱਚ ਕੀ ਕਰ ਰਿਹਾ ਬੰਦਾ, ਗਾਂ ਨੂੰ ਜਾਂ ਨੂੰ ਬੋਲ ਨੂੰ ਖਿੱਚ ਰਿਹਾ, ਆਪਣੇ ਨਾਲ ਪੁੱਲ ਕਰ ਰਿਹਾ। ਇਹਦੇ ਵਿੱਚ ਇੱਕ ਦੂਸਰੇ ਨੂੰ ਦੋ ਕੁੜੀਆਂ ਕੀ ਕਰ ਰਹੀਆਂ, ਪੁਸ਼ ਕਰ ਰਹੀਆਂ। ਇੱਥੋਂ ਸਾਨੂੰ ਆ ਜਾਂਦਾ ਹੈ ਫੋਰਸ ਇਜ਼ ਪੁਸ਼ ਔਰ ਪੁੱਲ। ਸੋ ਫਰੋਮ ਥੀਸ ਐਗਜ਼ਾਮਪਲ ਵੀ ਕੈਨ ਇਨਫਰ ਡੈਟ ਐਟ ਲੀਸਟ ਟੂ ਆਬਜੈਕਟ ਮਸਟ ਇੰਟਰੈਕਟ ਟੂ ਈਚ ਅਦਰ ਟੂ ਕਮ to play, force come to play. So in interaction of one object with another result in force between two objects. So ਦੋ ਚੀਜ਼ਾਂ ਦੇ ਵਿੱਚ ਵਸਤੂ ਨੂੰ ਮੂਵ ਕਰਾਉਣ ਦੇ ਵਿੱਚ ਇੱਕ ਦੂਸਰੇ ਨੂੰ ਚੀਜ਼ਾਂ ਨੂੰ ਸਾਹਮਣੇ ਆਉਣਾ ਪਵੇ, ਇੰਟਰੈਕਟ ਕਰਨਾ ਪਵੇਗਾ, ਤਾਂ ਹੀ ਉਹਦੇ ਵਿੱਚ ਕੋਈ ਚੇਂਜਸ ਆਉਂਦੀ ਹੈ। ਆਈ ਹੋਪ ਤੁਹਾਨੂੰ ਪੁਸ਼ ਐਂਡ ਪੁੱਲ ਦੇ ਬਾਰੇ ਸਮਝ ਆ ਗਿਆ ਹੋਵੇਗਾ। ਐਕਸਪਲੋਰਿੰਗ ਫੋਰਸਿਸ, ਹੁਣ ਫੋਰਸ ਦੀ ਟਾਈਪਸ ਦੇ ਬਾਰੇ ਪੜ੍ਹਾਂਗੇ। ਕੀ ਫੋਰਸ ਹੈ, ਇਹਦੇ ਵਿੱਚ ਇੱਕ ਐਕਟੀਵਿਟੀਜ਼ ਹੈ ਜਿਹਦੇ ਵਿੱਚ ਤੁਸੀਂ ਦੇਖ ਸਕਦੇ ਹੋ 11.4 ਟੂ ਫਰੈਂਡ ਪੁਸ਼ਿੰਗ ਏ ਹੈਵੀ ਲੋਡ। ਇਹ ਹੈਵੀ ਇੱਕ ਲੋਡ ਹੈ, ਇੱਕ ਰੱਖਿਆ ਹੋਇਆ ਡੱਬਾ ਬਾਕਸ ਇਨ ਦਾ ਸੇਮ ਡਾਇਰੈਕਸ਼ਨ। ਜਦੋਂ ਇੱਕ ਡਾਇਰੈਕਸ਼ਨ 'ਚ ਦੋਨੇ ਜ਼ੋਰ ਲਗਾਉਣਗੇ ਅਤੇ ਜਦੋਂ ਅਲੱਗ-ਅਲੱਗ ਡਾਇਰੈਕਸ਼ਨ 'ਚ ਲਾਉਣਗੇ। ਜਦੋਂ ਇੱਕ ਡਾਇਰੈਕਸ਼ਨ 'ਚ ਜ਼ੋਰ ਲਗਾਏਗਾ ਤਾਂ ਇਹ ਅੱਗੇ ਨੂੰ ਜਾਏਗਾ, ਦੂਸਰਾ ਜਦੋਂ ਇੱਕ ਦੂਸਰੇ ਦੇ ਉਲਟ ਜ਼ੋਰ ਲਾ ਰਹੇ ਤਾਂ ਮੂਵ ਨਹੀਂ ਕਰੇਗਾ, ਕਿਉਂਕਿ ਦੋਨਾਂ ਦਾ ਜਿਹੜਾ ਫੋਰਸ ਹੈ F1 ਅਤੇ F2 ਕੀ ਹੋ ਜਾਏਗਾ, ਕੈਂਸਲ ਹੋ ਜਾਏਗਾ। ਦੋਨਾਂ ਦਾ ਨੈਟ ਇੱਕ ਜਗ੍ਹਾ 'ਤੇ ਫੋਰਸ ਲੱਗ ਰਿਹਾ ਤਾਂ ਵਸਤੂ ਮੂਵ ਨਹੀਂ ਕਰੇਗੀ। ਜਦੋਂ ਅਸੀਂ ਫੋਰਸ ਵੈਨ ਵੀ ਅਪਲਾਈਡ ਦਾ ਫੋਰਸ ਇਨ ਦਾ ਡਾਇਰੈਕਸ਼ਨ ਆਫ ਮੋਸ਼ਨ, ਵਸਤੂ ਦੀ ਮੋਸ਼ਨ ਜਿਹੜੀ ਹੈ ਵੱਧਦੀ ਹੈ। ਸੋ ਇਹਦੇ ਵਿੱਚ ਤੁਸੀਂ ਹੋਰ ਵੀ ਉਦਾਹਰਨ ਦੇਖ ਸਕਦੇ, ਰੋਪ ਪੁੱਲ ਕਰ ਰਹੀ ਹੈ, ਇਹਦੇ ਵਿੱਚ ਰੱਸਾ ਕੱਸੀ ਕਹਿੰਦੇ ਆ ਇਸ ਗੇਮ ਨੂੰ। ਇਹਨੂੰ ਖਿੱਚਣਾ, ਇੱਕ ਦੂਸਰੇ ਨੂੰ ਗਰੁੱਪ ਵਿੱਚ ਖਿਡਾਰੀ ਖਿੱਚਦੇ ਨੇ, ਰੱਸੀ ਜਿੱਧਰ ਜ਼ਿਆਦਾ ਚੱਲ ਜਾਂਦੀ ਉਹ ਗੇਮ ਜਿੱਤਦਾ ਹੈ। ਸੋ ਇਹ 'ਚ ਇੱਕ ਦੂਸਰੇ ਨੂੰ ਪੁੱਲ ਕਰਨਾ, ਜ਼ਿਆਦਾ ਜ਼ੋਰ ਲਗਾਉਣਾ, ਅਤੇ ਜਿਹਦੇ ਪਾਸੇ ਜ਼ੋਰ ਜ਼ਿਆਦਾ ਲੱਗੇਗਾ ਆਟੋਮੈਟਿਕਲੀ ਚੀਜ਼ ਉੱਧਰ ਖਿੱਚੀ ਜਾਏਗੀ। ਸੋ ਵਾਟ ਡਜ਼ ਥੀਸ ਐਗਜ਼ਾਮਪਲ ਸੁਜੈਸਟ, ਨੇਚਰ ਆਫ ਫੋਰਸ ਦੇ ਬਾਰੇ ਕੀ ਪਤਾ ਲੱਗਦਾ ਹੈ। ਡੈਟ ਇਜ਼ ਫੋਰਸ ਅਪਲਾਈਡ ਔਨ ਐਨ ਆਬਜੈਕਟ ਇਨ same direction add to one another. Now recall what happened when you and your friend push a heavy box in same direction. Force on an object in same direction to another. Now recall what happened when you and your friend push the heavy box in same direction. ਜਦੋਂ ਇੱਕ ਡਾਇਰੈਕਸ਼ਨ 'ਚ ਬਾਕਸ ਪੁਸ਼ ਕਰਨਗੇ, ਐਕਟੀਵਿਟੀ ਤੁਹਾਨੂੰ ਦੱਸੀ ਹੋਈ ਹੈ। ਇਫ ਟੂ ਫੋਰਸ ਐਕਟ ਇਨ ਓਪੋਜਿਟ ਡਾਇਰੈਕਸ਼ਨ ਔਨ ਆਬਜੈਕਟ ਦਾ ਨੈਟ ਫੋਰਸ ਐਕਟਿੰਗ ਇਜ਼ ਦਾ ਡਿਫਰੈਂਸ ਬਿਟਵੀਨ ਟੂ। ਜਦੋਂ ਇੱਕ ਜਗ੍ਹਾ 'ਤੇ ਫੋਰਸ ਅਲੱਗ-ਅਲੱਗ ਡਾਇਰੈਕਸ਼ਨ 'ਤੇ ਲੱਗਦੇ ਨੇ, ਫਿਰ ਜਿਹੜਾ ਨੈਟ ਫੋਰਸ ਹੈ ਉਹ ਦੋਨਾਂ ਫੋਰਸ ਦਾ ਡਿਫਰੈਂਸ ਆਉਂਦਾ ਹੈ। ਬਟ ਜਿਹੜੀ ਓਬਜ਼ਰਵ ਇਨ ਐਕਟੀਵਿਟੀ 11.2 ਐਕਟੀਵਿਟੀ ਦੇ ਵਿੱਚ ਕੀ ਹੈ, ਵੈਨ ਬੋਥ ਯੂ ਆਰ ਪੁਸ਼ਿੰਗ ਦਾ ਹੈਵੀ ਬਾਕਸ ਇਨ ਓਪੋਜਿਟ ਡਾਇਰੈਕਸ਼ਨ, ਜਦੋਂ ਉਲਟ ਡਾਇਰੈਕਸ਼ਨ ਵਿੱਚ ਜਦੋਂ ਖਿੱਚ ਰਹੇ ਆ ਬੀ ਪਾਰਟ ਦੇ ਵਿੱਚ, ਅਤੇ ਇਹਦੇ ਵਿੱਚ ਕੀ ਹੈ, ਰਿਕਾਲ ਡੈਟ ਦਾ ਟਗ ਆਫ ਵਾਰ ਜਿਹੜੀ ਆਪਾਂ ਗੇਮ ਰੱਸਾ ਕੱਸੀ ਦੱਸੀ ਹੈ। ਜਦੋਂ ਅਸੀਂ ਓਪੋਜਿਟ ਇੱਕ ਡਾਇਰੈਕਸ਼ਨ 'ਚ ਫੋਰਸ ਲਾਉਂਦੇ ਜਾਂ ਓਪੋਜਿਟ ਲਗਾਉਂਦੇ ਹਾਂ ਤਾਂ ਦਾ ਰੋਪ ਡਜ਼ ਨੋਟ ਮੂਵ ਇਨ ਐਨੀ ਡਾਇਰੈਕਸ਼ਨ। ਜਦੋਂ ਯਾਨੀ ਇੱਕੋ ਜ਼ੋਰ ਨਾਲ ਰੱਸੀ ਦੋਨੇ ਸਾਈਡ ਖਿੱਚੀ ਜਾਂਦੀ ਹੈ, ਰੱਸੀ ਮੂਵ ਨਹੀਂ ਕਰਦੀ। ਸੋ ਵੀ ਲਰਨ ਡੈਟ ਦਾ ਫੋਰਸ ਕੁਡ ਬੀ ਲਾਰਜ ਔਰ ਸਮਾਲਰ ਦੈਨ ਅਦਰ। ਦਾ ਸਟਰੈਂਥ ਆਫ ਫੋਰਸ ਯੂਜ਼ਲੀ ਐਕਸਪ੍ਰੈਸ ਬਾਈ ਮੈਗਨੀਚਿਊਡ, ਕਿੰਨਾ ਬਲ ਜ਼ਿਆਦਾ ਜਾਂ ਘੱਟ ਹੈ ਉਹਨੂੰ ਅਸੀਂ ਮੈਗਨੀਚਿਊਡ ਦੇ ਵਿੱਚ ਕਰਦੇ ਹਾਂ। ਮੈਗਨੀਚਿਊਡ ਨੂੰ ਅਸੀਂ ਮਾਤਰਾ ਕਹਿ ਦਿੰਦੇ ਹਾਂ। ਮੈਗਨੀਚਿਊਡ ਕੀ ਹੈ, ਮਾਤਰਾ, ਬਲ ਦੀ ਮਾਤਰਾ, ਕਿੰਨਾ ਮਾਤਰਾ 'ਚ ਹੈ ਬਲ। ਜੇ ਜ਼ਿਆਦਾ ਹੈ ਤਾਂ ਉਹਦਾ ਮੈਗਨੀਚਿਊਡ ਜ਼ਿਆਦਾ ਹੈ, ਜਿੱਧਰ ਘੱਟ ਆ ਉਹਦਾ ਘੱਟ ਹੈ। ਵੀ ਹੈਵ ਆਲਸੋ ਟੂ ਸਪੈਸੀਫਾਈ ਦਾ ਡਾਇਰੈਕਸ਼ਨ ਇਨ ਵਿਚ ਦਾ ਫੋਰਸ ਐਕਟ। ਸਾਨੂੰ ਇਹ ਵੀ ਜ਼ਰੂਰੀ ਹੈ ਕਿ ਕਿਹੜੀ ਡਾਇਰੈਕਸ਼ਨ 'ਚ ਬਲ ਲੱਗ ਰਿਹਾ। ਸੋ ਇਹਨਾਂ ਚੀਜ਼ਾਂ ਦੇ ਨਾਲ ਸਾਨੂੰ ਪਤਾ ਲੱਗ ਜਾਂਦਾ ਹੈ ਕਿ ਬਲ ਲਗਾਉਣ ਦੇ ਨਾਲ ਵਸਤੂ ਜਿਹੜੀ ਇਹਦੀ ਪੋਜੀਸ਼ਨ ਚੇਂਜ ਹੁੰਦੀ ਹੈ, ਡਾਇਰੈਕਸ਼ਨ ਵੀ ਚੇਂਜ ਹੁੰਦੀ ਹੈ। ਫੋਰਸ ਕੈਨ ਚੇਂਜ ਦਾ ਸਟੇਟ ਆਫ ਮੋਸ਼ਨ। ਅਗਲੀ ਐਕਟੀਵਿਟੀ 'ਚ ਹੈ ਕਿ ਫੋਰਸ ਲਗਾਉਣ ਦੇ ਨਾਲ
ਮੋਸ਼ਨ ਦੀ ਸਟੇਟ ਚੇਂਜ ਹੋ ਜਾਂਦੀ ਹੈ, ਯਾਨੀ ਗਤੀ ਵਿੱਚ ਹੈ ਵਸਤੂ ਜਾਂ ਖੜੀ ਹੈ ਉਹ 'ਚ ਚੇਂਜ ਆ ਜਾਂਦਾ ਹੈ। ਇਹਦੇ ਵਿੱਚ ਰਬੜ ਦੀ ਬਾਲ ਦੀ ਐਕਟੀਵਿਟੀ ਹੈ। ਰਬੜ ਦੀ ਬਾਲ ਨੂੰ ਜਦੋਂ ਤੁਸੀਂ ਜ਼ਮੀਨ 'ਤੇ ਉਛਾਲਦੇ ਹੋ, ਜਦੋਂ ਆਪਣਾ ਹੱਥ ਲਗਾਉਂਦੇ ਹੋ ਤਾਂ ਜਿੱਧਰ ਜਿੱਧਰ ਤੁਹਾਡਾ ਹੱਥ ਜਾਂਦਾ ਉੱਧਰ ਉੱਧਰ ਗੇਂਦ ਜਾਂਦੀ ਹੈ। ਤਾਂ ਇੰਨਾ ਤੁਸੀਂ ਫੋਰਸ ਅਪਲਾਈ ਕਰ ਰਹੇ ਹੋ, ਉਹਦੀ ਡਾਇਰੈਕਸ਼ਨ ਚੇਂਜ ਕਰ ਰਹੇ ਹੋ। ਦੂਸਰੀ ਐਕਟੀਵਿਟੀ ਵਿੱਚ ਇੱਥੇ ਦੇਖ ਸਕਦੇ ਹੋ 11.7, ਜਦੋਂ ਟਾਇਰ ਨੂੰ ਡੰਡੇ ਨਾਲ ਡੱਗੇ ਨਾਲ ਚਲਾਉਂਦਾ ਹੈ ਬੰਦਾ। ਇਹ ਗੇਮ ਛੋਟੇ ਬੱਚੇ ਖੇਡਦੇ ਨੇ ਅਤੇ ਜਿੱਧਰ ਟਾਇਰ ਮੂਵ ਕਰ ਰਿਹਾ ਉੱਧਰ ਡੰਡਾ ਮਾਰ ਰਿਹਾ ਤਾਂ ਟਾਇਰ ਤੇਜ਼ ਨਾਲ ਮੂਵ ਕਰਦਾ। ਇਹਦਾ ਮਤਲਬ ਹੈ ਇਟ ਮੀਨ ਵੈਨ ਵੀ ਅਪਲਾਈਡ ਦਾ ਫੋਰਸ ਇਨ ਦਾ ਡਾਇਰੈਕਸ਼ਨ ਆਫ ਮੂਵਮੈਂਟ ਦਾ ਸਪੀਡ ਆਫ ਆਬਜੈਕਟ ਇਨਕਰੀਜ਼। ਯਾਨੀ ਹੁਣ ਟਾਇਰ ਦੀ ਸਪੀਡ ਵਧੇਗੀ ਕਿਉਂਕਿ ਡੰਡਾ ਵੀ ਉੱਧਰ ਮਾਰ ਰਿਹਾ ਜਿੱਧਰ ਟਾਇਰ ਜਾ ਰਿਹਾ। ਜੇ ਤਾਂ ਉਲਟ ਫੋਰਸ ਲਗਾਵਾਂਗੇ ਤਾਂ ਜਿਹੜੀ ਸਪੀਡ ਹੈ ਘਟੇਗੀ। ਨੈਕਸਟ ਇਹਦੇ ਵਿੱਚ ਦੱਸਿਆ ਕਿਸ ਤਰ੍ਹਾਂ ਅਸੀਂ ਫੋਰਸ ਦੀ ਜਿਹੜੀ ਡਾਇਰੈਕਸ਼ਨ ਚੇਂਜ ਕਰ ਸਕਦੇ ਹਾਂ ਆਬਜੈਕਟ ਦੀ। ਜਿਸ ਤਰ੍ਹਾਂ ਇਹਦੇ ਵਿੱਚ ਐਕਟੀਵਿਟੀਜ਼ ਕੀ ਕਰਨਾ ਹੈ, ਗੇਂਦ ਨੂੰ ਲੈਣਾ ਅਤੇ ਉਹਦੇ ਉੱਤੇ ਸਕੇਲ ਰੱਖ ਦੇਣਾ। ਇਸ ਡਾਇਰੈਕਸ਼ਨ 'ਚ ਗੇਂਦ ਇਸ 'ਚ ਵਾਪਸ ਆਈ, ਯਾਨੀ ਇਹਦੀ ਡਾਇਰੈਕਸ਼ਨ ਚੇਂਜ ਹੋ ਗਈ। ਜਦੋਂ ਅਸੀਂ ਮੂਵਿੰਗ ਆਬਜੈਕਟ ਦੇ ਰਸਤੇ ਵਿੱਚ ਕੋਈ ਓਬਸਟੈਕਲ ਰੱਖ ਦਿੰਦੇ ਹਾਂ ਜਾਂ ਉਹਦੇ ਵਿੱਚ ਕੋਈ ਰੋਕ ਲਗਾ ਦਿੰਦੇ ਹਾਂ ਤਾਂ ਉਹਦੀ ਜਿਹੜੀ ਡਾਇਵਰਜਨ ਹੋ ਜਾਂਦੀ, ਚੀਜ਼ ਮੂਵ ਕਰ ਜਾਂਦੀ ਹੈ। ਇਸ ਤਰ੍ਹਾਂ ਤੁਸੀਂ ਸਮਝ ਸਕਦੇ ਹੋ, ਜਿਸ ਤਰ੍ਹਾਂ ਅਸੀਂ ਬਾਈਕ ਚਲਾਉਂਦੇ ਹਾਂ, ਸਾਈਕਲ ਚਲਾਉਂਦੇ, ਰਸਤੇ ਵਿੱਚ ਕੋਈ ਸਾਡੇ ਪੱਥਰ ਟਕਰਾ ਜਾਂਦਾ ਜਾਂ ਕੋਈ ਡਾਇਵਰਜਨ ਆ ਜਾਂਦੀ ਤਾਂ ਉਹਦੀ ਡਾਇਰੈਕਸ਼ਨ ਘੁੰਮ ਜਾਂਦੀ ਹੈ, ਸਾਈਕਲ ਜਾਂ ਬਾਈਕ ਮੂਵ ਕਰ ਜਾਂਦੀ ਹੈ। ਸੋ ਅਪਲਾਈਡ ਫੋਰਸ ਦੇ ਨਾਲ ਅਸੀਂ ਡਾਇਰੈਕਸ਼ਨ ਵੀ ਮੂਵ ਕਰ ਸਕਦੇ ਹਾਂ। ਸੋ ਚੇਂਜ ਇਨ ਆਈਦਰ ਦਾ ਸਪੀਡ ਆਫ ਆਬਜੈਕਟ ਔਰ ਇਟਸ ਡਾਇਰੈਕਸ਼ਨ ਆਫ ਮੋਸ਼ਨ ਬੋਥ ਡਿਸਕ੍ਰਾਈਬ ਇਨ ਦਾ ਚੇਂਜ ਇਨ ਸਟੇਟ ਆਫ ਮੋਸ਼ਨ। ਸੋ ਬਲ ਦੇ ਨਾਲ ਜਿਹੜੀ ਹੈ ਜਾਂ ਤਾਂ ਉਹਦੀ ਸਪੀਡ ਵੀ ਚੇਂਜ ਹੋ ਜਾਂਦੀ ਵਸਤੂ ਦੀ ਜਾਂ ਤਾਂ ਉਹਦੀ ਦਿਸ਼ਾ ਚੇਂਜ ਹੁੰਦੀ ਹੈ। ਇਹਨੂੰ ਅਸੀਂ ਕਹਿੰਦੇ ਹਾਂ ਚੇਂਜ ਇਨ ਸਟੇਟ ਆਫ ਮੋਸ਼ਨ। ਸੋ ਫੋਰਸ ਮੇ ਬ੍ਰਿੰਗ ਇਨ ਚੇਂਜ ਇਨ ਸਟੇਟ ਆਫ ਮੋਸ਼ਨ, ਵਸਤੂ ਦੀ ਸਟੇਟ ਨੂੰ ਚੇਂਜ ਕਰ ਦਿੰਦਾ ਹੈ। ਆਈ ਹੋਪ ਤੁਹਾਨੂੰ ਇਹ ਸਮਝ ਆ ਗਿਆ ਹੋਏਗਾ ਇੰਨਾ। ਸੋ ਇਟ ਇਜ਼ ਕਾਮਨ ਐਕਸਪੀਰੀਅੰਸ ਡੈਟ ਮੈਨੀ ਟਾਈਮ ਏ ਐਪਲੀਕੇਸ਼ਨ ਆਫ ਫੋਰਸ ਡਜ਼ ਨੋਟ ਰਿਜ਼ਲਟ ਇਨ ਚੇਂਜ ਇਨ ਸਟੇਟ ਆਫ ਮੋਸ਼ਨ। ਫਾਰ ਐਗਜ਼ਾਮਪਲ ਹੈਵੀ ਬਾਕਸ may not move at all if you apply maximum force. Again, no effect of force observed when you try to push a ball. ਕਈ ਵਾਰ ਕੀ ਹੁੰਦਾ ਹੈ, ਕੰਧ ਨੂੰ ਜਿੰਨਾ ਮਰਜ਼ੀ ਧੱਕਾ ਲਾ ਦਈਏ ਕੋਈ ਫਰਕ ਨਹੀਂ ਪੈਂਦਾ, ਜਾਂ ਵੱਡਾ ਸੰਦੂਕ ਹੈ ਉਹਨੂੰ ਜ਼ੋਰ ਲਾਈਏ ਕੋਈ ਫਰਕ ਨਹੀਂ ਪੈਂਦਾ ਕਿਉਂਕਿ ਉਹਦਾ ਵੇਟ ਜ਼ਿਆਦਾ ਹੈ, ਉਹਦਾ ਮਾਸ ਜ਼ਿਆਦਾ, ਸਾਨੂੰ ਜ਼ਿਆਦਾ ਉਹ ਤੋਂ ਜ਼ੋਰ ਲਗਾਉਣਾ ਪਵੇਗਾ। ਫੋਰਸ ਕੈਨ ਚੇਂਜ ਦਾ ਸ਼ੇਪ ਆਫ ਆਬਜੈਕਟ। ਨੈਕਸਟ ਹੈ ਜਿਹੜਾ ਬਲ ਹੈ, ਵਸਤੂ ਦਾ ਆਕਾਰ ਵੀ ਬਦਲ ਸਕਦਾ ਹੈ। ਹੁਣ ਤੁਸੀਂ ਕੀ ਪੜ੍ਹਿਆ ਵਿਦਿਆਰਥੀਓ, ਜਦੋਂ ਫੋਰਸ ਅਪਲਾਈ ਕਰਦੇ ਆ ਇਟ ਚੇਂਜ ਇਟਸ ਡਾਇਰੈਕਸ਼ਨ, ਇਟਸ ਚੇਂਜ ਇਨ ਸਟੇਟ ਆਫ ਮੋਸ਼ਨ। ਜਾਂ ਤਾਂ ਉਹਨੂੰ ਗਤੀ ਵਿੱਚ ਕਰ ਦਿੰਦਾ ਜਾਂ ਤਾਂ ਬਲ ਉਹਨੂੰ ਰੋਕ ਦਿੰਦਾ ਜਾਂ ਉਹਦੀ ਦਿਸ਼ਾ ਬਦਲ ਦਿੰਦਾ। ਅਗਲੀ ਟਾਈਪ ਹੈ ਬਲ ਲਗਾਉਣ ਨਾਲ ਉਹਦੀ ਸ਼ੇਪ ਚੇਂਜ ਹੋ ਜਾਂਦੀ ਹੈ। ਬੜੀਆਂ ਕਾਮਨ ਉਦਾਹਰਨ ਐਕਟੀਵਿਟੀਜ਼ ਤੁਸੀਂ ਦੇਖ ਸਕਦੇ ਹੋ। ਲੰਪ ਆਫ ਡਫ ਔਨ ਪਲੇਟ ਪ੍ਰੈਸਿੰਗ ਇਟ ਡਾਊਨ ਵਿਦ ਯੂਰ ਹੈਂਡ। ਜਦੋਂ ਘਰ ਵਿੱਚ ਤੁਹਾਡੇ ਮਦਰਸ ਆਟਾ ਗੁੰਨਦੀਆਂ ਨੇ ਅਤੇ ਆਟਾ ਜਿਹੜਾ ਇਹਦੀ ਸ਼ੇਪ ਚੇਂਜ ਹੋ ਜਾਂਦੀ, ਜਦੋਂ ਮੁੱਕੀਆਂ ਦੇ ਨਾਲ ਮੋਸ਼ਨ ਚੇਂਜ ਹੋ ਰਹੀ, ਸ਼ੇਪ ਚੇਂਜ ਹੋ ਰਹੀ ਹੈ, ਸ਼ੇਪ ਚੇਂਜ ਹੋ ਰਹੀ, ਸੁਜੈਸਟ ਕਰਾਂਗੇ। ਸਪਰਿੰਗ ਫਿਕਸ ਹੁੰਦਾ ਸੀਟ ਆਫ ਬਾਈਸਾਈਕਲ। ਬਾਈਸਾਈਕਲ ਜਿਹੜੀ ਕਾਠੀ ਹੈ ਸਾਈਕਲ ਦੀ, ਉਹਦਾ ਸਪਰਿੰਗ ਪ੍ਰੈਸ ਹੁੰਦਾ, ਜਦੋਂ ਉੱਥੇ ਬਹਿੰਦੇ ਹੋ ਤਾਂ ਉਹਦੀ ਸ਼ੇਪ ਚੇਂਜ ਹੋ ਜਾਂਦੀ ਹੈ, ਥੋੜ੍ਹਾ ਥੱਲੇ ਨੂੰ ਮੂਵ ਵੀ ਕਰ ਜਾਂਦਾ ਹੈ। ਰਬੜ ਬੈਂਡ ਜਿਹੜਾ ਸਸਪੈਂਡ ਕੀਤਾ ਹੁੱਕ ਦੇ ਨਾਲ, ਜਦੋਂ ਖਿੱਚਦੇ ਹਾਂ ਤਾਂ ਉਹਦੀ ਸ਼ੇਪ ਚੇਂਜ ਹੋ ਜਾਂਦੀ ਹੈ। ਪਲਾਸਟਿਕ ਦਾ ਜਿਹੜਾ ਸਕੇਲ ਹੈ ਉਹਨੂੰ, ਜਾਂ ਮੈਟਲ ਦਾ ਸਕੇਲ, ਦੋ ਇੱਟਾਂ ਦੇ ਵਿਚਕਾਰ ਰੱਖ ਕੇ ਉਹਦੇ ਪਰੇਟ ਰੱਖਾਂਗੇ, ਉਹ ਥੱਲੇ ਬੈਂਡ ਕਰ ਜਾਏਗਾ, ਇੰਨਾ ਵੀ ਇਹਦੀ ਸ਼ੇਪ ਚੇਂਜ ਹੋ ਜਾਂਦੀ, ਮੁੜ ਜਾਂਦਾ ਹੈ। ਸੋ ਵਾਟ ਡੂ ਯੂ ਕਨਕਲੂਡ ਫਰੋਮ ਦਾ ਆਬਜ਼ਰਵੇਸ਼ਨ ਇਨ 11.2 ਜਾਂ ਟੇਬਲ ਹੈ। ਵਾਟ ਹੈਪਨ ਵੈਨ ਯੂ ਅਪਲਾਈ ਫੋਰਸ ਔਨ ਇਨਫਲੇਟਡ ਬਲੂਨ ਬਾਈ ਪ੍ਰੈਸਿੰਗ ਇਟ ਵਿਦ ਯੂਰ ਪਾਮ। ਗੁਬਾਰੇ ਨੂੰ ਜਦੋਂ ਤੁਸੀਂ ਦਬਦੇ ਹੋ ਹਥੇਲੀ ਦੇ ਨਾਲ, ਅਤੇ ਵਾਟ ਹੈਪਨ ਟੂ ਸ਼ੇਪ ਆਫ ਬਾਲ ਆਫ ਡਫ, ਆਟੇ ਦਾ ਜਿਹੜਾ ਪੇੜਾ ਹੈ ਉਹਨੂੰ ਜਦੋਂ ਨੱਪਦੇ ਹੋ ਚਪਾਤੀ ਬਣਾਉਣ ਲਈ। ਵਾਟ ਹੈਪਨ ਵੈਨ ਯੂ ਪ੍ਰੈਸ ਏ ਰਬੜ ਬਾਲ, ਜਦੋਂ ਰਬੜ ਦੀ ਗੇਂਦ ਨੂੰ ਪ੍ਰੈਸ ਕਰਦੇ ਹੋ, ਇਹਦੇ ਨਾਲ ਜਿਹੜੀ ਵਸਤੂ ਦੀ ਸ਼ੇਪ ਚੇਂਜ ਹੋ ਜਾਂਦੀ, ਡੈਟ ਇਜ਼ ਦਾ ਸ਼ੇਪ ਚੇਂਜ। ਤੋਂ ਬਲ ਜਿਹੜਾ ਹੈ ਵਸਤੂ ਦੀ ਸ਼ੇਪ ਵੀ ਬਦਲ ਦਿੰਦਾ ਹੈ। ਹੈਵ ਯੂ ਪਰਫੋਰਮ ਆਲ ਦਿਸ ਐਕਟੀਵਿਟੀ ਯੂ ਹੈਵ ਰਿਲਾਈਜ਼। ਹੁਣ ਤੱਕ ਤੁਸੀਂ ਕੀ ਪੜ੍ਹਿਆ ਹੈ? ਇਟ ਮੇ ਮੂਵ ਦਾ ਆਬਜੈਕਟ, ਇਟ ਚੇਂਜ ਦਾ ਸਪੀਡ ਆਫ ਆਬਜੈਕਟ, ਡਾਇਰੈਕਸ਼ਨ ਆਫ ਆਬਜੈਕਟ, ਸ਼ੇਪ ਚੇਂਜ, ਮੇ ਕੋਜ਼ ਸਮ ਔਰ ਆਲ ਆਫ ਦਿਸ ਇਫੈਕਟ। ਫੋਰਸ ਨਾਲ ਇਹ ਸਾਰੇ ਇਫੈਕਟ ਵੀ ਦੇਖਣ ਨੂੰ ਮਿਲਦੇ ਨੇ ਜਾਂ ਕਿਤੇ ਕਿਤੇ ਕੋਈ ਇਫੈਕਟ ਦੇਖਣ ਨੂੰ ਮਿਲਦਾ ਹੈ। ਨੈਕਸਟ ਹੈ ਬਲਾਂ ਦੀ ਕਿਸਮ। ਕੰਟੈਕਟ ਫੋਰਸ, ਇਹਨੂੰ ਅਸੀਂ ਸ਼ੋਅ ਬਲ ਕਹਿੰਦੇ ਹਾਂ। ਸ਼ੋਅ ਬਲ, ਜਦੋਂ ਬਲ ਇੱਕ ਦੂਸਰੇ ਦੇ ਸੰਪਰਕ ਵਿੱਚ ਆਉਣ ਦੇ ਨਾਲ ਕੰਮ ਕਰਦਾ, ਉਹਨੂੰ ਸ਼ੋਅ ਬਲ ਕਹਿੰਦੇ ਆ। ਇਹਦੇ ਵਿੱਚ ਸਾਡੇ ਮਸਲ ਕੰਮ ਕਰਦੇ ਆ। ਜਿੱਦਾਂ ਅਸੀਂ ਬਾਲਟੀ ਪਾਣੀ ਦੀ ਚੱਕਣੀ ਹੈ, ਸਾਨੂੰ ਆਪਣੇ ਸ਼ੋਲਡਰ ਦੇ ਬਾਈਸੈਪ ਟਰਾਈਸੈਪ ਦਾ ਜ਼ੋਰ ਲਗਾਉਣਾ ਪਵੇਗਾ, ਠੀਕ ਹੈ ਨਾ, ਵੇਟ ਚੱਕਣਾ ਹੈ। ਜਾਂ ਤੁਸੀਂ ਇੱਥੇ ਦੇਖ ਸਕਦੇ ਹੋ 11.9 ਵਿੱਚ ਮਸਕੂਲਰ ਫੋਰਸ ਲੱਗ ਰਿਹਾ ਐਨੀਮਲ ਦਾ, ਕਾਟ ਮੂਵ ਕਰ ਰਿਹਾ, ਜਿਹੜਾ ਗੱਡਾ ਹੈ ਉਹਦੇ 'ਤੇ ਭਾਰ ਲੱਦਿਆ ਅਤੇ ਜ਼ੋਰ ਲਗਾ ਰਿਹਾ ਤਾਂ ਹੀ ਮੂਵ ਕਰ ਰਿਹਾ, ਇਹਨੂੰ ਅਸੀਂ ਕੰਟੈਕਟ ਫੋਰਸ ਕਹਿੰਦੇ ਹਾਂ। ਦੂਸਰਾ ਹੈ ਫ੍ਰਿਕਸ਼ਨ, ਰਗੜ। ਰਗੜ ਬਲ ਕੀ ਹੈ?
ਇਹ ਵਾਲ ਰੋਲਿੰਗ ਅਲੋਂਗ ਦ ਗਰਾਊਂਡ ਗ੍ਰੈਜੂਅਲੀ ਸਲੋ ਡਾਊਨ। ਜਿਸ ਤਰ੍ਹਾਂ ਅਸੀਂ ਗੇਂਦ ਨੂੰ ਥੱਲੇ ਰੇੜੀਏ ਤਾਂ ਇੱਕਦਮ ਥੋੜ੍ਹੀ ਦੇਰ ਬਾਅਦ ਰੁਕ ਜਾਂਦੀ ਹੈ। ਇਹ ਕਿਉਂ ਰੁਕ ਜਾਂਦੀ? ਕਿਉਂਕਿ ਸਰਫੇਸ ਜਿਹੜੀ ਹੈ ਉਹਦੇ ਜਿਹੜਾ ਫੋਰਸ ਹੈ ਉਹਨੂੰ ਰੋਕਦਾ ਹੈ। ਸਾਈਕਲ ਵੀ ਰੁਕ ਜਾਂਦਾ ਹੈ ਜੇ ਪੈਡਲ ਨਾ ਮਾਰੀਏ, ਠੀਕ ਹੈ ਨਾ। ਕਾਰ ਸਕੂਟਰ ਆਲਸੋ ਰੁਕ ਜਾਂਦੇ ਹੈ ਜੇ ਅਸੀਂ ਇੰਜਨ ਬੰਦ ਕਰ ਦਈਏ। ਸੋ ਇਨ ਆਲ ਦੀ ਸਿਚੁਏਸ਼ਨ ਨੋ ਫੋਰਸ ਅਪੀਅਰ ਟੂ ਬੀ ਐਕਟਿੰਗ ਔਨ ਆਬਜੈਕਟ ਜੈਟ ਦੇਅਰ ਸਪੀਡ ਗ੍ਰੈਜੂਅਲੀ ਡਿਕਰੀਜ਼। ਸੋ ਵਟ ਕੋਜ਼ ਦਾ ਚੇਂਜ ਇਨ ਸਟੇਟ ਆਫ ਮੋਸ਼ਨ। ਤਾਂ ਇਹਦੇ ਵਿੱਚ ਕੀ ਹੈ? ਰਿਸਪੋਂਸੀਬਲ ਚੇਂਜ ਵਾਸਤੇ ਕੀ ਹੈ? ਫ੍ਰਿਕਸ਼ਨ, ਰਗੜ ਬਲ। ਰਗੜ ਬਲ ਹੈ ਵਸਤੂ ਜਿਹੜੀ ਆਪਣੇ ਆਪ ਰੁਕ ਜਾਂਦੀ ਹੈ। ਇਟ ਇਜ਼ ਫੋਰਸ ਫ੍ਰਿਕਸ਼ਨ ਬਿਟਵੀਨ ਦਾ ਸਰਫੇਸ ਆਫ ਬਾਲ ਐਂਡ ਗਰਾਊਂਡ। ਤੋ ਸਿਮਿਲਰਲੀ ਜਿਹੜਾ ਫ੍ਰਿਕਸ਼ਨ ਬਿਟਵੀਨ ਵਾਟਰ ਐਂਡ ਬੋਟ ਬ੍ਰਿੰਗ ਦਾ ਬੋਟ ਟੂ ਸਟੋਪ। ਪਾਣੀ ਦੇ ਵਿੱਚ ਜਿਹੜੀ ਬੇੜੀ ਪਹਿਲੇ ਤੇਜ਼ ਚੱਲਦੀ ਫਿਰ ਰੁਕ ਜਾਂਦੀ ਹੈ, ਫ੍ਰਿਕਸ਼ਨ ਲੱਗਦੀ ਹੈ। ਫੋਰਸ ਆਫ ਫ੍ਰਿਕਸ਼ਨ ਪਲੇ ਰੋਲ ਇਨ ਆਲ ਮੂਵਿੰਗ ਆਬਜੈਕਟ ਐਂਡ ਇਟਸ ਡਾਇਰੈਕਸ਼ਨ ਵੀ ਚੇਂਜ ਕਰ ਦਿੰਦਾ, ਆਬਜੈਕਟ ਦੀ ਮੋਸ਼ਨ ਵੀ ਚੇਂਜ ਕਰ ਦਿੰਦਾ। 12 ਚੈਪਟਰ ਫ੍ਰਿਕਸ਼ਨ ਦਾ ਤੁਸੀਂ ਪੜ੍ਹੋਗੇ ਤਾਂ ਸਮਝ ਆ ਜਾਏਗਾ ਤੁਹਾਨੂੰ। ਸੋ ਰਗੜ ਬਲ ਦੇ ਬਾਰੇ ਸਮਝ ਆ ਗਿਆ ਹੋਵੇਗਾ। ਅਗਲਾ ਬਲ ਹੈ ਤੁਹਾਡਾ ਨੋਨ ਕੰਟੈਕਟ। ਨੋਨ ਅਟੈਂਟ ਕੀ ਹੈ? ਅਸਪਰਸ਼ ਬਲ। ਇਹਨੂੰ ਅਸੀਂ ਅਸਪਰਸ਼, ਇਹਦੇ ਵਿੱਚ ਇੱਕ ਦੂਸਰੇ ਨੂੰ ਟੱਚ ਨਹੀਂ ਕਰਨਾ। ਇਹ ਚੁੰਬਕ ਦਾ ਬਲ ਹੈ। ਚੁੰਬਕ ਦੂਰੋਂ ਹੀ ਦੂਸਰੇ ਚੁੰਬਕ ਨੂੰ ਜਾਂ ਚੁੰਬਕੀ ਚੀਜ਼ਾਂ ਨੂੰ ਖਿੱਚ ਲੈਂਦੀ ਹੈ, ਜਿੱਦਾਂ ਲੋਹੇ ਨੂੰ ਖਿੱਚ ਲੈਂਦੀ ਹੈ, ਕ੍ਰੋਮੀਅਮ ਨੂੰ ਖਿੱਚ ਲੈਂਦੀ ਹੈ। ਸੋ ਇਹ ਅਸਪਰਸ਼ ਬਲ ਹੈ, ਇਹਨੂੰ ਨੋਨ ਕੰਟੈਕਟ ਫੋਰਸ ਕਹਿੰਦੇ ਆ। ਉਹਦੇ ਬਾਅਦ ਇਲੈਕਟ੍ਰੋਸਟੈਟਿਕ, ਸਥਿਰ ਬਿਜਲੀ ਬਲ। ਸਥਿਰ ਬਿਜਲੀ ਬਲ ਕੀ ਹੈ? ਇਹਦੇ ਵਿੱਚ ਇੱਕ ਸਟਰੋ ਲਿਆ, ਉਹਨੂੰ ਅਸੀਂ ਪੇਪਰ 'ਤੇ ਰਗੜਿਆ, ਇੱਕ ਸਟਰੋ ਦਾ ਹਿੱਸਾ, ਸਟਰੋ ਨੂੰ 2 ਟੁਕੜਿਆਂ 'ਚ ਕਰਕੇ ਇੱਕ ਨੂੰ ਅਸੀਂ ਬੰਨ੍ਹਤਾ ਰੱਸੀ ਨਾਲ, ਧਾਗੇ ਨਾਲ, ਇੱਕ ਨੂੰ ਅਸੀਂ ਪੇਪਰ 'ਤੇ ਰਗੜਿਆ। ਜਦੋਂ ਅਸੀਂ ਸਾਹਮਣੇ ਲੈ ਕੇ ਜਾਂਦੇ ਹਾਂ ਉੱਤੇ ਚਾਰਜ ਆਉਂਦਾ, ਉਹਨੂੰ ਖਿੱਚਦਾ। ਸੋ ਰਗੜ ਦੇ ਨਾਲ ਜਿਹੜੇ ਉਹਦੇ ਇਲੈਕਟ੍ਰੋਨਸ ਹੈ ਉਹ ਚਾਰਜ ਹੋ ਜਾਂਦੇ ਇੱਕ ਡਾਇਰੈਕਸ਼ਨ ਦੇ ਵਿੱਚ। ਇਹਨੂੰ ਅਸੀਂ ਕੀ ਕਹਿੰਦੇ ਹਾਂ? ਇਲੈਕਟ੍ਰੋਸਟੈਟਿਕ ਫੋਰਸ। ਗ੍ਰੈਵੀਟੇਸ਼ਨਲ, ਗੁਰੂਤਵਾਕਰਸ਼ਣ ਬਲ। ਇਹ ਤੁਹਾਨੂੰ ਪਤਾ ਹੈ ਧਰਤੀ 'ਤੇ ਕੋਈ ਵੀ ਚੀਜ਼ ਥੱਲੇ ਨੂੰ ਆਏਗੀ, ਜਦੋਂ ਸੱਟਾਂਗੇ ਗੁਰੂਤਵਾ ਧਰਤੀ ਖਿੱਚਦੀ ਹੈ, ਤਾਂ ਇਹਨੂੰ ਫੋਰਸ ਆਫ ਗ੍ਰੈਵਿਟੀ ਕਹਿੰਦੇ ਆ। ਆਬਜੈਕਟ ਔਰ ਥਿੰਗ ਫਾਲ ਡਾਊਨ, ਅਰਥ ਦੇ ਵੱਲ ਜਿਹੜੀਆਂ ਆਉਂਦੀਆਂ ਥੱਲੇ ਨੂੰ ਖਿੱਚੀਆਂ ਜਾਂਦੀਆਂ। ਗ੍ਰੈਵਿਟੀ ਇਜ਼ ਨੋਟ ਪ੍ਰੋਪਰਟੀ ਆਫ ਅਰਥ ਅਲੋਨ। ਇਕੱਲੀ ਧਰਤੀ ਦੀ ਹੀ ਗ੍ਰੈਵਿਟੀ ਨਹੀਂ ਹੈ, ਜਿੰਨੇ ਵੀ ਬ੍ਰਹਿਮੰਡ ਵਿੱਚ ਗ੍ਰਹਿ ਹੈ ਜਾਂ ਉਪਗ੍ਰਹਿ ਨੇ, ਤਾਰੇ ਨੇ, ਇਹਨਾਂ ਦੀ ਸਾਰਿਆਂ ਦੀ ਗ੍ਰੈਵਿਟੀ ਹੈ। ਉਹਦੇ ਬਾਅਦ ਆਉਂਦਾ ਜੀ ਪ੍ਰੈਸ਼ਰ, ਜਿਹਨੂੰ ਅਸੀਂ ਦਾਬ ਜਾਂ ਦਬਾਅ ਕਹਿੰਦੇ ਹਾਂ। ਜਿਸ ਤਰ੍ਹਾਂ ਇੱਥੇ ਸਮਝਾਇਆ ਗਿਆ, ਕਿੱਲ ਨੂੰ ਠੋਕ ਰਿਹਾ ਹਥੌੜੀ ਦੇ ਨਾਲ ਤਾਂ ਕਿੱਲ ਆਰਾਮ ਨਾਲ ਜਾ ਰਹੀ ਹੈ। ਇਹਨੂੰ ਅਸੀਂ ਕਹਿੰਦੇ ਹਾਂ ਫੋਰਸ ਪਰ ਯੂਨਿਟ ਏਰੀਆ। ਕਿਸੇ ਇੱਕ ਜਗ੍ਹਾ 'ਤੇ ਜਦੋਂ ਫਿਕਸ ਅਸੀਂ ਬਲ ਲਗਾਉਂਦੇ ਹਾਂ ਅਸੀਂ ਪ੍ਰੈਸ਼ਰ ਦਾ ਦਾਬ ਕਹਿੰਦੇ ਹਾਂ। ਇਹਦੇ ਵਿੱਚ ਦੱਸਿਆ ਹੋਇਆ ਜਿਹੜਾ ਤੁਹਾਡਾ ਪੋਰਟਰ ਹੈ, ਤੁਹਾਡਾ ਜਿਹੜਾ ਜਿਹਨੂੰ ਅਸੀਂ ਕਹਿੰਦੇ ਹਾਂ ਕੂਲੀ, ਜਿਹੜਾ ਸਟੇਸ਼ਨ ਤੋਂ ਸਮਾਨ ਲੈਂਦਾ ਹੈ, ਬੱਸ ਸਟੈਂਡ ਤੋਂ ਸਮਾਨ ਤੁਹਾਡਾ ਭਾਰ ਚੱਕਦਾ ਹੈ, ਉਹ ਆਪਣੇ ਸਿਰ 'ਤੇ ਬਿੰਨਾ ਕਰ ਲੈਂਦਾ ਹੈ, ਰੌਂਡ ਪੀਸ ਇਸ ਤਰ੍ਹਾਂ ਲਗਾ ਲੈਂਦਾ ਹੈ। ਜੇ ਅਸੀਂ ਨੰਗੇ ਸਿਰ 'ਤੇ ਰੱਖਾਂਗੇ, ਸਾਡਾ ਸਿਰ ਇਸ ਤਰੀਕੇ ਦਾ ਹੁੰਦਾ, ਉਹ ਅੰਦਰ ਨੂੰ ਉੱਤੇ ਫੋਰਸ ਜ਼ਿਆਦਾ ਲੱਗੇਗਾ, ਪ੍ਰੈਸ ਹੋ ਜਾਏਗਾ, ਦੁਖਣਾ ਸ਼ੁਰੂ ਹੋ ਜਾਂਦਾ ਸਾਡਾ ਸਿਰ। ਜਦੋਂ ਅਸੀਂ ਉੱਤੇ ਇੱਕ ਕੱਪੜਾ ਰੱਖਦੇ ਹਾਂ ਇੱਦਾਂ ਫਲੈਟ ਕਰਕੇ, ਤਾਂ ਜਿਹੜਾ ਸਾਨੂੰ ਘੱਟ ਦਰਦ ਹੁੰਦਾ ਕਿ ਉਹਦਾ ਜਿਹੜਾ ਪ੍ਰੈਸ਼ਰ ਆ ਉਹ ਘਟ ਜਾਂਦਾ ਹੈ। ਪ੍ਰੈਸ਼ਰ ਐਗਜ਼ਰਟਡ ਬਾਏ ਲਿਕੁਇਡ ਐਂਡ ਗੈਸ। ਦਰੱਬ ਅਤੇ ਗੈਸਾਂ ਜਾਂ ਠੋਸ ਵੀ ਪ੍ਰੈਸ਼ਰ ਕਰਦੇ ਨੇ। ਸੋ ਦਰੱਬ ਦੇ ਪ੍ਰੈਸ਼ਰ ਲਈ ਇਹ ਐਕਟੀਵਿਟੀ ਤੁਸੀਂ ਦੇਖ ਸਕਦੇ ਹੋ। ਇਹਦੇ ਵਿੱਚ 1-2 ਟਿਊਬਸ ਲੈਣੀਆਂ, ਉਹਦੇ ਨੀਚੇ ਰਬੜ ਜਾਂ ਗੁਬਾਰਾ ਬੰਨ੍ਹਦੇ ਨੇ। ਇੱਕ ਦੇ ਵਿੱਚ ਪਾਣੀ ਘੱਟ ਪਾਉਣਾ, ਇੱਕ ਦੇ ਵਿੱਚ ਜ਼ਿਆਦਾ। ਤੁਸੀਂ ਦੇਖੋਗੇ ਜਿਹਦੇ ਵਿੱਚ ਪਾਣੀ ਦਾ ਜ਼ਿਆਦਾ ਕੋਲਮ ਹੈ ਉਹਦੇ ਵਿੱਚ ਗੁਬਾਰਾ ਥੱਲੇ ਨੂੰ ਜ਼ਿਆਦਾ ਜਾਏਗਾ, ਕਿਉਂਕਿ ਕੋਲਮ ਦੀ ਹਾਈਟ ਵਧਣ ਦੇ ਨਾਲ ਲਿਕੁਇਡ ਦਾ ਥੱਲੇ ਨੂੰ ਦਬਾਅ ਲੱਗਦਾ ਹੈ। ਸੋ ਲਿਕੁਇਡ ਇੱਥੇ ਪ੍ਰੈਸ਼ਰ ਪਾਉਂਦੇ ਨੇ। ਪਲਾਸਟਿਕ ਦੀ ਬੋਤਲ ਵੀ ਲੈ ਕੇ ਤੁਸੀਂ ਦੇਖ ਸਕਦੇ ਹੋ, ਸੌਫਟ ਡਰਿੰਕ ਦੀ ਬੋਤਲਸ ਵਗੈਰਾ। ਇੱਥੇ ਤੁਸੀਂ ਐਕਟੀਵਿਟੀ ਕਰਨੀ ਹੈ, ਇੱਥੇ ਹੋਲ ਕਰਕੇ 'ਚ ਪਾਈਪ ਫਿੱਟ ਕਰਕੇ ਬਲੂਨ ਲਗਾ ਦੇਣਾ ਅਤੇ ਪਾਣੀ ਨਾਲ ਭਰਨਾ। ਹੌਲੀ ਹੌਲੀ ਬਲੂਨ ਫੁੱਲਣਾ ਸ਼ੁਰੂ ਹੋ ਜਾਏਗਾ। ਇਹਦਾ ਮਤਲਬ ਹੈ ਲਿਕੁਇਡ ਜਿਹੜਾ ਪਾਣੀ ਦੀ ਦੀਵਾਰਾਂ 'ਤੇ ਪ੍ਰੈਸ਼ਰ ਲਗਾਉਂਦਾ, ਲਿਕੁਇਡ ਐਗਜ਼ਰਟ ਪ੍ਰੈਸ਼ਰ ਔਨ ਵਾਲ ਆਫ ਕੰਟੇਨਰ। ਤੀਸਰੀ ਐਕਟੀਵਿਟੀ 'ਚ ਤੁਸੀਂ ਇੱਕ ਬੋਤਲ ਨੂੰ ਲੈ ਕੇ ਉਹਦੇ ਨਿਚਲੇ ਹਿੱਸੇ 'ਤੇ ਬਰਾਬਰ ਸ਼ੇਕ ਕਰਦੇ ਨੇ ਤਾਂ ਪਾਣੀ ਬਰਾਬਰ ਨਿਕਲੇਗਾ। ਇਹਦਾ ਮਤਲਬ ਹੈ ਲਿਕੁਇਡ ਐਗਜ਼ਰਟ ਇਕੁਅਲ ਪ੍ਰੈਸ਼ਰ ਐਟ ਸੇਮ ਡੈਪਥ। ਇੱਕ ਖਾਸ ਇੱਕੋ ਜਿਹੀ ਡੂੰਘਾਈ ਹੋਵੇ ਤਾਂ ਲਿਕੁਇਡ ਇੱਕੋ ਜਿਹਾ ਬਲ ਲਗਾਉਂਦੇ ਨੇ। ਸੋ ਲਿਕੁਇਡ ਐਗਜ਼ਰਟ ਪ੍ਰੈਸ਼ਰ ਔਨ ਵਾਲ ਆਫ ਕੰਟੇਨਰ, ਇਹ ਤੁਸੀਂ ਸਮਝ ਲਿਆ ਹੈ। ਸੋ ਲਿਕੁਇਡ ਵੀ ਦਬਾਅ ਪਾਉਂਦੇ ਨੇ। ਸੋ ਗੈਸ ਆਲਸੋ ਐਗਜ਼ਰਟ ਪ੍ਰੈਸ਼ਰ ਔਨ ਵਾਲ ਆਫ ਕੰਟੇਨਰ। ਗੈਸਾਂ ਦਾ ਵੀ ਪ੍ਰੈਸ਼ਰ ਹੁੰਦਾ ਹੈ। ਵਾਯੂਮੰਡਲੀ ਪ੍ਰੈਸ਼ਰ, ਜਿਹਨੂੰ ਐਟਮੋਸਫੇਰਿਕ ਪ੍ਰੈਸ਼ਰ ਕਹਿੰਦੇ ਆ, ਸਾਡੇ ਆਲੇ ਦੁਆਲੇ ਗੈਸਾਂ ਦਾ ਗਲਾਫ ਹੈ ਉਹ ਪ੍ਰੈਸ਼ਰ ਲਗਾਉਂਦੀਆਂ ਨੇ। ਜਿਸ ਤਰ੍ਹਾਂ ਇਹਨੂੰ ਸਮਝਣ ਲਈ ਰਬੜ ਸ਼ੱਕਰ ਹੈ, ਰਬੜ ਸ਼ੱਕਰ ਹੈ, ਇਹਨੂੰ ਅਸੀਂ ਇਹਦੀ ਹਵਾ ਕੱਢ ਕੇ ਚਿਪਕਾ ਸਕਦੇ ਹਾਂ ਸ਼ੀਸ਼ੇ ਦੇ ਨਾਲ, ਪ੍ਰੋਪਰਲੀ ਸਟਕ ਹੋ ਜਾਂਦਾ, ਫਿਰ ਟੁੱਟਦਾ ਨਹੀਂ, ਕਿਉਂਕਿ ਜਿਹੜੀ ਇਹਦੇ ਬਾਹਰ ਹਵਾ ਹੈ ਉਹ ਦਬਾਅ ਲਾਉਂਦੀ, ਇਹਨੂੰ ਟੁੱਟਣ ਨਹੀਂ ਦਿੰਦੀ, ਕਿਉਂਕਿ ਇਹਦੇ ਅੰਦਰ ਕੋਈ ਹਵਾ ਨਹੀਂ ਹੁੰਦੀ। ਸੋ ਦੂਸਰਾ ਵੀ ਤੁਸੀਂ ਦੇਖ ਸਕਦੇ ਹੋ ਇਹਦੇ ਵਿੱਚ ਐਕਟੀਵਿਟੀ ਦੇ ਵਾਸਤੇ। ਜੇ ਅਸੀਂ ਸਮਝਾਉਣ ਦੇ ਲਈ ਪਾਣੀ ਦੀ ਬੋਤਲ ਹੈ, ਉਹਦੇ ਉੱਤੇ ਗਰਮ ਪਾਣੀ ਪਾ ਦਈਏ, ਠੰਡੀ ਬੋਤਲ ਕਰਸ਼ ਹੋ ਜਾਂਦੀ, ਕਿਉਂਕਿ ਉਹਦੇ ਅੰਦਰ ਜਿਹੜਾ ਹਵਾ ਹੈ ਉਹ ਘਟ ਜਾਂਦੀ ਹੈ, ਬਾਹਰ ਹਵਾ ਜ਼ਿਆਦਾ ਹੈ, ਏਅਰ ਪ੍ਰੈਸ਼ਰ।
ਹੋਰ ਵੀ ਕਰ ਸਕਦੇ ਹਾਂ ਅਸੀਂ, ਜੇ ਬੋਤਲ ਲੈ ਕੇ ਉਹਦੇ ਅੰਦਰ ਗੁਬਾਰਾ ਫਿੱਟ ਕਰਕੇ ਇਹਨੂੰ ਫਲਾਈਏ ਅਤੇ ਹਵਾ ਜਿਹੜਾ ਗੁਬਾਰਾ ਫੁੱਲਦਾ ਨਹੀਂ ਹੈ। ਇਸ ਤਰ੍ਹਾਂ ਅਸੀਂ ਇਹਦੇ ਵਿੱਚ ਇੱਥੇ ਬਲੂਨ ਫਿੱਟ ਕਰ ਦਈਏ, ਗੁਬਾਰਾ ਫੁੱਲੇਗਾ ਨਹੀਂ ਕਿਉਂਕਿ ਇਹਦੇ ਅੰਦਰ ਜਿਹੜੀ ਹਵਾ ਇਹਨੂੰ ਫੁੱਲਣ ਨਹੀਂ ਦੇਗੀ। ਸੋ ਇਹ ਸੀ ਸਾਰਾ ਰਿਗਾਰਡਿੰਗ ਦਾ ਫੋਰਸ ਐਂਡ ਪ੍ਰੈਸ਼ਰ। ਮੈਨੂੰ ਉਮੀਦ ਹੈ ਵਿਦਿਆਰਥੀ ਤੁਹਾਨੂੰ ਇਹ ਚੈਪਟਰ ਸਮਝ ਆਇਆ ਹੋਵੇਗਾ। ਇਹਦੇ ਨਾਲ ਤੁਸੀਂ ਸ਼ਬਦ ਸਿੱਖੇ ਨੇ ਐਟਮੋਸਫੇਰਿਕ ਪ੍ਰੈਸ਼ਰ, ਕੰਟੈਕਟ ਫੋਰਸ, ਇਲੈਕਟ੍ਰੋਸਟੈਟਿਕ ਫੋਰਸ, ਫ੍ਰਿਕਸ਼ਨ, ਗ੍ਰੈਵੀਟੇਸ਼ਨ ਫੋਰਸ, ਗ੍ਰੈਵਿਟੀ, ਮੈਗਨੈਟਿਕ ਫੋਰਸ, ਮਸਕੂਲਰ ਫੋਰਸ, ਨੋਨ ਕੰਟੈਕਟ ਫੋਰਸ, ਪੁੱਲ, ਪੁਸ਼, ਪ੍ਰੈਸ਼ਰ। ਸੋ ਬਹੁਤ ਆਸਾਨ ਟਰਮਾਂ ਨੇ ਹੁਣ ਤੁਹਾਡੇ ਲਈ। ਤੁਸੀਂ ਇਹ ਜੋ ਸਿੱਖਿਆ ਹੈ ਇਹਦਾ ਸਾਰ ਹੈ। ਫੋਰਸ ਪੁਸ਼ ਜਾਂ ਪੁੱਲ ਹੈ, ਇੰਟਰੈਕਸ਼ਨ ਦੇ ਨਾਲ ਫੋਰਸ ਹੁੰਦਾ ਹੈ। ਫੋਰਸ ਦਾ ਇੱਕ ਮੈਗਨੀਟਿਊਡ, ਇੱਕ ਮਾਤਰਾ ਹੁੰਦੀ ਹੈ, ਦਿਸ਼ਾ ਦੇ ਵਿੱਚ ਫੋਰਸ ਲੱਗਦਾ ਹੈ। ਫੋਰਸ ਡਾਇਰੈਕਸ਼ਨ ਚੇਂਜ ਕਰ ਦਿੰਦਾ ਹੈ, ਫੋਰਸ ਸ਼ੇਪ ਚੇਂਜ ਕਰ ਦਿੰਦਾ ਹੈ, ਸਟੇਟ ਚੇਂਜ ਕਰ ਦਿੰਦਾ ਹੈ। ਬਿਨਾਂ ਟੱਚ ਕੀਤੇ ਵੀ ਫੋਰਸ ਲੱਗਦਾ ਹੈ। ਇੱਕ ਖਾਸ ਏਰੀਆ ਦੇ ਫੋਰਸ ਨੂੰ ਅਸੀਂ ਬਲ ਕਹਿੰਦੇ ਹਾਂ। ਲਿਕੁਇਡ ਅਤੇ ਗੈਸਾਂ ਵੀ ਕੰਟੇਨਰ ਜਿਹਦੇ ਵਿੱਚ ਪਈਆਂ ਹੁੰਦੀਆਂ ਨੇ ਬਲ ਲਗਾਉਂਦੀਆਂ ਨੇ। ਪ੍ਰੈਸ਼ਰ ਐਗਜ਼ਰਟਡ ਬਾਈ ਏਅਰ, ਜਿਹੜਾ ਸਾਡੇ ਆਲੇ ਦੁਆਲੇ ਹਵਾ ਆ ਉਹਨੂੰ ਵਾਯੂਮੰਡਲੀ ਦਬਾਅ ਕਹਿੰਦੇ ਆ। ਸੋ ਲਾਸਟ ਵਿੱਚ ਐਕਸਰਸਾਈਜ਼ ਹੈ। ਥੈਂਕ ਯੂ ਵੈਰੀ ਮਚ ਡੀਅਰ ਸਟੂਡੈਂਟਸ ਫਾਰ ਵਾਚਿੰਗ ਦਿਸ ਵੀਡੀਓ। ਉਮੀਦ ਕਰਦਾ ਹਾਂ ਇਹ ਵੀਡੀਓ ਤੁਹਾਡੇ ਲਈ ਹੈਲਪਫੁਲ ਹੋਇਆ ਹੋਵੇਗਾ। ਮਿਲਦੇ ਹਾਂ ਕਿਸੇ ਹੋਰ ਦਿਨ ਇੱਕ ਨਵੇਂ ਚੈਪਟਰ ਦੇ ਵਿੱਚ। ਥੈਂਕ ਯੂ ਵੈਰੀ ਮਚ। ਤੁਹਾਨੂੰ ਇਹਦੇ ਸਮਝਾਉਣ ਦੇ ਲਈ ਮੈਂ ਸਾਇੰਸ ਫਨ ਐਕਟੀਵਿਟੀਜ਼ ਤੁਹਾਨੂੰ ਕਰਵਾਈਆਂ ਸੀ ਜੂਨ ਦੀ ਛੁੱਟੀਆਂ ਦੇ ਵਿੱਚ, ਤੁਸੀਂ ਕੀਤੀਆਂ ਹੋਣਗੀਆਂ। ਉਹਨੂੰ ਦੁਬਾਰੇ ਦੇਖ ਲੈਣਾ ਵੀਡੀਓ ਨੂੰ, ਤੁਹਾਨੂੰ ਬਹੁਤ ਆਸਾਨੀ ਨਾਲ ਹੋਰ ਵਧੀਆ ਸਮਝ ਆਏਗਾ।